ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਹਰਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਇਸ ਨੁਕਸਾਨ ਨੂੰ ਸ਼ਬਦਾਂ ਨਾਲ ਨਹੀਂ ਪੂਰਿਆ ਜਾ ਸਕਦਾ। ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਦੁੱਖ ਨੂੰ ਮੇਰਾ ਦਿਲ ਕਾਫੀ ਡਾਢੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਮਾਂ ਦਾ ਪਿਆਰ ਅਤੇ ਸਾਥ ਇਸ ਦਾ ਕੋਈ ਬਦਲ ਨਹੀਂ ਹੈ, ਪਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਰੱਬ ਦੇ ਪਿਆਰ ਚੋਂ ਇਸ ਸਦਮੇ ਨੂੰ ਜਰਨ ਦੀ ਸਮਰੱਥਾ ਹਾਸਲ ਕਰੋਗੇ। ਤੁਹਾਡਾ ਦੁੱਖ ਤੁਹਾਨੂੰ ਚਾਹਣ ਵਾਲਿਆਂ ਅਤੇ ਪਿਆਰ ਕਰਨ ਵਾਲਿਆਂ ਦੇ ਨਾਲ ਹੀ ਇੱਕ ਪੁੱਲ ਵਾਂਗ ਮਜ਼ਬੂਤੀ ਦੇਵੇ, ਕੋਈ ਵਿੱਥ ਨਾ ਆਣ ਦੇਵੇ। ਅਸੀਂ ਤੁਹਾਨੂੰ ਅੰਤਾਂ ਦਾ ਪਿਆਰ ਕਰਦੇ ਹਾਂ ਅਤੇ ਤੁਹਾਡੇ ਮਾਤਾ ਜੀ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਜੀ ਡਾਕਟਰ ਸਾਹਿਬ। ਵੀਰ ਹਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬਹੁਤ ਹੀ ਪਿਆਰੇ ਔਰ ਵਿਸ਼ਵਾਸ ਵਾਲੇ ਸ਼ਬਦ ਕਹੇ ਨੇ ਜੀ, ਜਜ਼ਬਾਤੀ ਵੀ ਨੇ, ਔਰ ਮੈਂ ਸਮਝਦਾ ਵੀ ਅਸੀਂ ਸਾਰੇ ਹੀ ਉਹਨਾਂ ਵੀਰਾਂ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦੇ ਜੀ, ਜਿਹੜੇ ਲਗਾਤਾਰਤਾ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਸਾਨੂੰ ਲਿਖਦੇ ਨੇ। ਫੋਨ ਕਾਲਸ ਵੀ ਲਗਾਤਾਰਤਾ ਦੇ ਨਾਲ ਨੇ, ਫੇਸਬੁੱਕ ਮੈਸੇजेस ਵੀ ਨੇ ਜੀ। ਸੋ ਵੀਰ ਹਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਸਿਡਨੀ ਆਸਟ੍ਰੇਲੀਆ ਤੋਂ ਵੀਰ ਆਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਲਈ ਮੈਂ ਦਿਲੀ ਅਫਸੋਸ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹਾਂ। ਮਾਤਾ ਜਤਿੰਦਰ ਕੌਰ ਨੂੰ ਹਮੇਸ਼ਾ ਸਮੁੱਚੇ ਪੰਥ ਲਈ ਇੱਕ ਪ੍ਰੇਰਨਾਦਾਇਕ ਮਾਂ ਵਜੋਂ ਯਾਦ ਕੀਤਾ ਜਾਵੇਗਾ। ਉਹ ਇੱਕ ਸਿੱਖੀ ਦੇ ਪਿਆਰ ਵਿੱਚ ਓਤ-ਪ੍ਰੋਤ ਮਾਤਾ ਸਨ। ਉਹਨਾਂ ਨੂੰ ਇੱਕ ਆਦਰਸ਼ ਮਾਂ ਵਜੋਂ ਅਸੀਂ ਹਮੇਸ਼ਾ ਯਾਦ ਰੱਖਾਂਗੇ। ਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਹਾਡੇ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜੀ ਡਾਕਟਰ ਸਾਹਿਬ। ਵੀਰ ਆਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਮੇਰੇ ਕੋਲ ਵੀ ਸ਼ਬਦ ਨਹੀਂ ਨੇ ਜਿਹਦੇ ਨਾਲ ਮੈਂ ਆਪਣੀਆਂ ਦਿਲ ਦੀਆਂ ਡੂੰਘਾਈਆਂ ਤੋਂ ਇਹਨਾਂ ਸਾਰਿਆਂ ਹੀ ਵੀਰਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਇਹਨਾਂ ਦੀ ਜੀ ਸ਼ੁਕਰਗੁਜ਼ਾਰੀ, ਇਹਨਾਂ ਦੇ ਸਨੇਹ ਨੂੰ ਜਿਹੜਾ ਉਹ ਐਕਨੋਲੇਜ ਕਰ ਸਕਾਂ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਸਾਡਾ ਅਗਲਾ ਮੈਸੇਜ ਫਰੀਮੌਂਟ ਕੈਲੀਫੋਰਨੀਆ ਤੋਂ ਭੈਣ ਗੁਰਮੀਤ ਕੌਰ ਬਸਰਾ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ, ਖਾਸ ਕਰਕੇ ਈਮੇਲ ਸੈਸ਼ਨ, ਜਿਸ ਵਿੱਚ ਦਰਸ਼ਕਾਂ ਦੀ ਹਰ ਗੱਲ ਨੂੰ ਵਿਚਾਰ ਦਾ ਹਿੱਸਾ ਬਣਾਇਆ ਜਾਂਦਾ ਹੈ, ਭਾਵੇਂ ਕਿ ਕਈ ਵਾਰ ਲਿਖਾਰੀਆਂ ਨੇ ਜਬਲੀਆਂ ਹੀ ਮਾਰੀਆਂ ਹੁੰਦੀਆਂ ਹਨ। ਤੁਸੀਂ ਜਦੋਂ ਹਰ ਈਮੇਲ ਨੂੰ ਬਿਨਾਂ ਐਡਿਟ ਕੀਤਿਆਂ ਵੇਰਵੇ ਨਾਲ ਪੜ੍ਹਦੇ ਹੋ ਤਾਂ ਇਹ ਤੁਹਾਡੀ ਬੌਧਿਕ ਇਮਾਨਦਾਰੀ ਵੀ ਜ਼ਾਹਰ ਕਰਦਾ ਹੈ। ਇਹਨਾਂ ਦਾ ਸਵਾਲ ਹੈ ਕਿ ਸਿੱਖ ਬੀਬੀਆਂ ਦੇ ਮਾਮਲੇ ਵਿੱਚ ਤਾਂ ਅਸੀਂ ਇੱਕ ਆਦਰਸ਼ ਰੋਲ ਮਾਡਲ ਬਣਨ ਦੀ ਗੱਲ ਕਰਦੇ ਹਾਂ, ਪਰ ਇਹੀ ਪੈਮਾਨਾ ਸਿੱਖ ਮਰਦਾਂ ਤੇ ਲਾਗੂ ਕਿਉਂ ਨਹੀਂ ਹੁੰਦਾ? ਕੀ ਮਰਿਆਦਾ ਅਤੇ ਡਿਸਪਲਿਨ ਵਿੱਚ ਰਹਿਣਾ ਸਿਰਫ ਬੀਬੀਆਂ ਲਈ ਹੀ ਹੈ? ਕੀ ਗੁਰੂ ਸਾਹਿਬ ਨੇ ਖਾਲਸੇ ਦੀਆਂ ਅੱਡ-ਅੱਡ ਮਰਿਆਦਾਵਾਂ ਬਣਾਈਆਂ ਹਨ ਕਿ ਆਹ ਸਿੰਘਾਂ ਲਈ ਤੇ ਆਹ ਸਿੰਘਣੀਆਂ ਲਈ? ਜੇ ਇਉਂ ਨਹੀਂ ਹੈ ਤਾਂ ਮੈਂ ਸਮਝਦੀ ਹਾਂ ਕਿ ਬੱਚਿਆਂ ਦੀ ਪ੍ਰਤਪਾਲਨਾ ਜਾਂ ਉਹਨਾਂ ਨੂੰ ਬਣਾਉਣ ਵਿਗਾੜਨ ਵਿੱਚ ਮਾਤਾ ਤੇ ਪਿਤਾ ਦੋਵੇਂ ਹੀ ਜ਼ਿੰਮੇਵਾਰ ਹਨ। ਜੀ ਡਾਕਟਰ ਸਾਹਿਬ। ਭੈਣ ਜੀ ਗੁਰਮੀਤ ਕੌਰ ਬਸਰਾ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਾਨੂੰ ਫਰੀਮੌਂਟ ਤੋਂ ਲਿਖਿਆ ਜੀ। ਇਹਨਾਂ ਦੀ ਵੀ ਈਮੇਲ ਆਇਆ ਕਾਫੀ ਦਿਨ ਹੋ ਗਏ ਸਨ ਜੀ, ਔਰ ਕਿਉਂਕਿ ਦੂਸਰੀਆਂ ਈਮੇਲਸ ਫਿਰ ਵਿਚਕਾਰ ਚੱਲਦੀਆਂ ਰਹੀਆਂ ਤੇ ਇੱਕ ਸਿਧਾਂਤਕ ਸਵਾਲ ਸੀ, ਇਸ ਨੂੰ ਅਸੀਂ ਥੋੜਾ ਜਿਹਾ ਪੁਸ਼ ਕੀਤਾ ਕਿ ਵੀ ਬਾਅਦ ਦੇ ਵਿੱਚ ਵਿਚਾਰ ਕਰਾਂਗੇ ਜੀ, ਕਿਉਂਕਿ ਬੀਬੀ ਜੀ ਸਿੰਘਣੀ ਨੇ, ਸੋ ਜ਼ਾਹਰ ਹੈ ਵੀ ਉਹਨਾਂ ਨੇ ਸਿੰਘਣੀਆਂ ਵਾਲਾ ਰੋਹ ਵੀ ਦਿਖਾਇਆ ਜੀ, ਬਿਲਕੁਲ, ਪਰ ਗੱਲ ਸਿਧਾਂਤਕ ਵੀ ਕੀਤੀ ਹੈ ਜੀ। ਦੇਖੋ, ਜਦੋਂ ਅਸੀਂ ਇਹਨਾਂ ਦੂਸਰੇ ਮਜ਼ਹਬਾਂ ਦੀ ਗੱਲ ਕਰਦੇ ਹਾਂ, ਈਸਾਈਆਂ ਦੇ ਹਵਾਲੇ ਨਾਲ ਖਾਸ ਤੌਰ 'ਤੇ, ਉਹਨਾਂ ਦੇ ਵਿੱਚ ਉਹਨਾਂ ਦਾ ਜਾਂ ਈਵਨ ਹਿੰਦੂਆਂ ਦੇ ਮਾਮਲੇ 'ਚ ਵੀ, ਕਿ ਜੇ ਉਹਨਾਂ ਨੇ ਬ੍ਰਾਹਮਣ ਹੈ, ਉਹਨੇ ਯੱਗ ਹੋਮ ਦੂਸਰਾ ਕਰਨਾ ਹੈ, ਉਹਦਾ ਇੱਕ ਵੱਖਰਾ ਡਿਸਿਪਲਨ ਹੈ ਜੀ। ਜ਼ਾਤ ਪਾਤ ਉਹਨਾਂ ਨੇ ਬਣਾਈ, ਕਸ਼ਤਰੀ ਨੂੰ ਵੱਖਰਾ ਡਿਸਿਪਲਨ ਦਿੱਤਾ ਹੈ, ਵੈਸ਼ ਦਾ ਵੱਖਰਾ ਹੈ, ਸ਼ੂਦਰ ਨੂੰ ਤਾਂ ਉਹਨਾਂ ਨੇ ਬਾਹਰ ਹੀ ਕੱਢ ਦਿੱਤਾ ਜੀ ਜੀ। ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਈਸਾਈਆਂ ਦੇ ਪਾਦਰੀ ਹੁੰਦੇ ਨੇ, ਉਹਨਾਂ ਦਾ ਇੱਕ ਆਪਣਾ ਰੌ ਰੀਤ ਹੈ, ਜਿਸ ਦੇ ਲਈ ਉਹ ਪੂਰੀ 4-4 ਸਾਲ ਦੀ ਬੇਸਿਕ ਟ੍ਰੇਨਿੰਗ ਚੋਂ ਨਿਕਲ ਕੇ ਔਰ ਉਸ ਕਿਸਮ ਦੀਆਂ ਰਸਮਾਂ ਉਹਨਾਂ ਨੂੰ ਕਰਨੀਆਂ ਪੈਂਦੀਆਂ, ਉਹ ਬਾਕੀਆਂ ਨਾਲੋਂ ਵੱਖਰੇ ਹੁੰਦੇ ਨੇ। ਪਰ ਸਾਡੇ ਮਾਮਲੇ 'ਚ ਤਾਂ ਕੋਈ ਈਵਨ ਪ੍ਰਚਾਰਕ ਸ਼੍ਰੇਣੀ ਵੀ ਨਹੀਂ ਗੁਰੂ ਸਾਹਿਬ ਨੇ ਬਣਾਈ। ਮਸੰਦ ਬਣਾਏ ਸੀ, ਕੰਮ ਨਹੀਂ ਚੱਲਿਆ ਜਾਂ ਉਹ ਕਰਪਟ ਹੋ ਗਏ, ਖਤਮ ਕਰ ਦਿੱਤੇ ਜੀ। ਸੋ ਜਿਹੜੀ ਸਾਡੀ ਰਹਿਤ ਮਰਿਆਦਾ ਹੈ, ਉਹਦੇ 'ਚ ਇਹ ਨਹੀਂ ਹੈ ਵੀ ਬੀਬੀਆਂ ਜਾਂ ਸਿੰਘਾਂ ਲਈ ਕੋਈ ਅੱਡ-ਅੱਡ ਮਰਿਆਦਾਵਾਂ ਨੇ। ਈਵਨ ਇਹ ਵੀ ਨਹੀਂ ਹੈ ਕਿ ਕੋਈ ਗ੍ਰੰਥੀਆਂ ਰਾਗੀਆਂ ਲਈ ਵੱਖਰੀ ਮਰਿਆਦਾ ਤੇ ਬਾਕੀ ਸਿੱਖਾਂ ਲਈ ਵੱਖਰੀ ਮਰਿਆਦਾ। ਔਰ ਕਈ ਵਾਰੀ ਇਹ ਗੱਲ ਮੈਂ ਸਮਝਦਾ ਵੀ ਇੱਕ ਫਨੀ ਵੀ ਬਣ ਜਾਂਦੀ ਹੈ ਕਿ ਜਦੋਂ ਕਿਸੇ ਗੁਰਦੁਆਰੇ ਦੇ ਗ੍ਰੰਥੀ ਜਾਂ ਰਾਗੀ ਨੂੰ ਜਾ ਕੇ ਕੋਈ ਕਨਫਰੰਟ ਕਰਦਾ ਹੈ ਕਿ ਜੀ ਤੁਸੀਂ ਆਹ ਕਰਦੇ ਹੋ ਜੀ, ਤੁਸੀਂ ਫਲਾਣੀ ਚੀਜ਼ ਪਕਾਈ ਹੈ,
ਜਾਂ ਦੂਜੀ ਹੈ। ਹੁਣ ਉਹਦੇ 'ਚ ਜਿਹੜੀ ਰਹਿਤ ਮਰਿਆਦਾ ਹੈ ਉਹ ਤਾਂ ਫਿਰ ਜਿਹੜੇ ਕਹਿਣ ਵਾਲੇ ਹੁੰਦੇ ਨੇ ਉਹ ਆਪ ਸਮਝਦੇ ਨੇ ਵੀ ਘਰ 'ਚੋਂ ਕਰ ਲੈਣਾ ਠੀਕ ਹੈ, ਗੁਰਦੁਆਰੇ ਦਾ ਭਾਈ ਇਹ ਗੱਲ ਨਹੀਂ ਕਰ ਸਕਦਾ। ਹੁਣ ਜਾਂ ਇਹ ਕ੍ਰਿਸਚੀਅਨਸ ਦੇ ਜਾਂ ਬ੍ਰਾਹਮਣਾਂ ਦੇ ਮਾਮਲੇ 'ਚ ਤਾਂ ਕਿਹਾ ਜਾ ਸਕਦਾ, ਹਿੰਦੂ ਮਤ ਦੇ ਮਾਮਲੇ 'ਚ। ਸੋ ਸਾਡੇ ਤਾਂ ਕੋਈ ਆਰਡੀਨਡ ਪ੍ਰੀਸਟਲੀ ਕਲਾਸ ਨਹੀਂ ਹੈ ਤੇ ਜਿਹੜਾ ਡਿਸਪਲਿਨ ਹੈ, ਰਹਿਤ ਮਰਿਆਦਾ, ਕੋਡ ਆਫ ਕੰਡਕਟ, ਇਹ ਸਿੱਖੀ ਡਿਸਪਲਿਨ ਹੈ। ਇੱਕ ਗੁਰਬਾਣੀ ਦੇ ਆਧਾਰ ਤੇ ਹੈ, ਫਿਰ ਖਾਲਸੇ ਦਾ ਡਿਸਪਲਿਨ ਹੈ, ਸ਼ਖਸੀ ਰਹਿਣੀ, ਪੰਥਕ ਰਹਿਣੀ, ਉਹ ਰਹਿਤ ਮਰਿਆਦਾ 'ਚ ਅਸੀਂ ਦੇਖਦੇ ਹਾਂ। ਸੋ ਇਹਦੇ ਕੋਈ ਦੋ ਕ੍ਰਾਈਟੇਰੀਆ ਨਹੀਂ ਹੈ ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ। ਇਸੇ ਤਰ੍ਹਾਂ ਅਸੀਂ ਫੈਮਿਲੀ 'ਚ ਗੱਲ ਕਰਦੇ ਹਾਂ। ਹੁਣ ਜੇ ਬੰਦਾ ਸ਼ਰਾਬ ਨਹੀਂ ਛੱਡਦਾ ਜਾਂ ਬੰਦਾ ਜਿਹੜਾ ਉਹ ਆਪਣੇ ਵਾਲ ਉਹਨੇ ਕੱਟੇ ਹੋਏ ਨੇ, ਉਹ ਕਿਹੜੀ ਮੋਰਲ ਅਥਾਰਟੀ ਨਾਲ ਆਪਣੀ ਵਾਈਫ ਨੂੰ ਕਹੇਗਾ ਵੀ ਤੂੰ ਵਾਲ ਨਹੀਂ ਕੱਟ ਸਕਦੀ ਜਾਂ ਕੈਂਚੀ ਬੱਚਿਆਂ ਦੇ ਨਹੀਂ ਲਾ ਸਕਦੀ। ਔਰ ਕਈ ਘਰਾਂ ਦੇ ਵਿੱਚ ਇਹ ਹੁੰਦੇ ਕਿ ਜੀ ਬੱਚਿਆਂ ਦੇ ਕੇਸ ਰੱਖ ਵੀ ਲੈਂਦੇ ਨੇ, ਬਟ ਅਲਟੀਮੇਟਲੀ ਕਿਉਂਕਿ ਉਹ ਘਰ ਦੇ ਵਿੱਚ ਡਿਸਪਲਿਨ ਨਹੀਂ ਕੀਤਾ ਹੁੰਦਾ ਤੇ ਉਹਦੇ ਲਈ ਉਹ ਗੱਲ ਚੱਲਦੀ ਨਹੀਂ ਹੈ। ਸੋ ਇਹਨਾਂ ਨੇ, ਔਰ ਇਸੇ ਤਰ੍ਹਾਂ ਇਹ ਵੀ ਗੱਲ ਬਿਲਕੁਲ ਠੀਕ ਹੈ ਕਿ ਘਰ ਦੇ ਵਿੱਚ ਜਿਹੜਾ ਮਾਹੌਲ ਹੈ, ਮਾਂ ਦੀ, ਇਹ ਠੀਕ ਹੈ ਵੀ ਮਾਂ ਦੀ ਇੱਕ ਆਪਣੀ ਅਹਿਮੀਅਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮਾਂ ਦਾ ਜ਼ਿਆਦਾ ਪ੍ਰਭਾਵ ਹੈ ਬੱਚੇ ਦੇ ਉੱਤੇ, ਇਸ ਲਈ ਵੀ ਕਿ ਉਹ ਟਾਈਮ ਵੀ ਬੱਚਾ ਜ਼ਿਆਦਾ ਸਪੈਂਡ ਕਰਦਾ ਹੈ ਮਾਂ ਦੇ ਨਾਲ, ਔਰ ਮਾਂ ਦਾ ਇੱਕ ਆਪਣਾ ਰੋਲ ਹੈ। ਪਰ ਐਜ਼ ਏ ਫੈਮਿਲੀ ਜੇ ਹੁਣ ਬੰਦਾ ਆਪ ਗੁਰਸਿੱਖੀ 'ਚ ਨਾ ਹੋਏ, ਸਿੱਖੀ ਡਿਸਪਲਿਨ ਨੂੰ ਉਹ ਨਾ ਅਪਣਾਏ ਔਰ ਹਰ ਗੱਲ ਦੇ ਲਈ ਉਹ ਫਿਰ ਮਾਂ ਨੂੰ ਦੋਸ਼ ਦੇ ਕਿ ਦੇਖ ਲੈ ਆਪਣੇ ਪੁੱਤਰ ਦੀ ਕਰਤੂਤ ਜਾਂ ਦੇਖ ਲੈ ਆਪਣੀ ਧੀ ਦੀ ਕਰਤੂਤ। ਸੋ ਜ਼ਾਹਰ ਹੈ ਵੀ ਉਦੋਂ ਬੰਦਾ ਆਪਣੇ ਆਪ ਨੂੰ ਐਕਸਕਿਊਜ਼ ਕਰ ਰਿਹਾ ਹੁੰਦਾ ਕਿ ਜੀ ਦੇਖੋ ਮੈਂ ਤਾਂ ਕਮਾ ਕੇ ਲਿਆਉਣ ਵਾਲਾ, ਮੈਂ ਤਾਂ ਬ੍ਰੈਡ ਵਿਨਰ ਹੈ, ਇਹ ਜੇ ਵਿਗੜ ਗਿਆ ਤੇ ਹੁਣ ਇਹ ਘਰ ਵਾਲੀ ਦਾ ਕਸੂਰ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਪਰਿਵਾਰ ਨੂੰ ਪਾਲਣਾ, ਬੱਚਿਆਂ ਦੀ ਪਰਵਰਿਸ਼, ਉਹਨਾਂ ਨੂੰ ਰੇਜ਼ ਕਰਨਾ ਵੀ ਸਾਂਝੀ ਰਿਸਪੌਂਸਿਬਿਲਿਟੀ ਹੈ। ਔਰ ਉਹਦੇ ਵਿੱਚ ਜੇ ਮਿਲ ਕੇ, ਔਰ ਸ਼ਾਇਦ ਇਹ ਇੱਕ ਕਾਰਨ ਹੈ, ਕਈ ਵਾਰ ਇਹ ਵੀ ਸਵਾਲ ਕਈ ਕੈਂਪਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਜੀ ਦੋਨਾਂ ਨੂੰ ਜੇ ਇੱਕ ਅੰਮ੍ਰਿਤ ਛਕਣਾ ਚਾਹੁੰਦਾ ਹੈ, ਇੱਕ ਨਹੀਂ ਛਕਣਾ ਚਾਹੁੰਦਾ, ਤੇ ਕਿਉਂ ਜਿਹੜਾ ਇੱਕ ਨੂੰ ਨਹੀਂ ਛਕਾਇਆ ਜਾਂਦਾ, ਕਿਉਂ ਇਸ ਗੱਲ ਤੇ ਇਨਸਿਸਟ ਕੀਤਾ ਜਾਂਦਾ ਹੈ ਵੀ ਦੋਨੋਂ ਛਕਣ। ਸੋ ਕਿਉਂਕਿ ਜੀ ਹਰ ਇੱਕ ਨੇ ਲੇਖਾ ਤਾਂ ਆਪਣਾ ਦੇਣਾ ਹੈ। ਇਹ ਠੀਕ ਹੈ, ਜਦੋਂ ਤੁਸੀਂ ਗੱਲ ਨੂੰ ਸੁਣਦੇ ਹੋ ਤੁਹਾਨੂੰ ਲੱਗਦਾ ਵੀ ਰੂਹ ਅੱਡ ਅੱਡ ਹੈ, ਹਰ ਇੱਕ ਨੇ ਆਪਣਾ ਹਿਸਾਬ। ਪਰ ਜੇ ਤੁਸੀਂ ਪ੍ਰੈਕਟੀਕਲ ਆਸਪੈਕਟ ਦੇਖੋ ਕਿ ਯਤਨ ਇਹ ਹੁੰਦਾ ਹੈ ਵੀ ਜੇ ਹਸਬੈਂਡ ਵਾਈਫ ਦੋਨੋਂ ਪ੍ਰੇਰਨਾ ਦੇ ਨਾਲ ਇਸ ਪਾਸੇ ਹੋਣਗੇ ਤੇ ਉਸ ਮਾਹੌਲ ਨੂੰ ਬਣਾਇਆ ਜਾ ਸਕਦਾ ਜਿਹੜਾ ਅੰਮ੍ਰਿਤ ਛਕਣ ਵਾਲੇ ਘਰ ਦਾ ਮਾਹੌਲ ਹੋਣਾ ਚਾਹੀਦਾ। ਤੁਸੀਂ ਬੱਚਿਆਂ ਦਾ ਵੀ ਫਿਰ ਉਹੀ ਇੰਪੈਕਟ ਕਰ ਸਕਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਠੀਕ ਹੈ, ਥੋੜੇ ਬਹੁਤ ਰੋਲ ਵੱਖਰੇ ਹੁੰਦੇ ਨੇ, ਕੁਝ ਰੋਲ ਸਿਰਫ ਮਾਂ ਹੀ ਕਰ ਸਕਦੀ ਹੈ ਉਹਦੇ ਵਿੱਚ, ਪਿਤਾ, ਔਰ ਕੁਝ ਰੋਲ ਨੇ ਜਿਹੜਾ ਸਿਰਫ ਪਿਤਾ ਹੀ ਕਰ ਸਕਦਾ। ਪਰ ਜਿਹੜਾ ਰੋਲ ਦੋਨੋਂ ਕਰ ਸਕਦੇ ਨੇ ਉਹਨਾਂ ਦੇ ਵਿੱਚ ਇਹ ਹੈ ਘਰ ਦੇ ਵਿੱਚ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ, ਇਮਾਨਦਾਰੀ ਦੀ ਕਮਾਈ, ਘਰ ਦੇ ਵਿੱਚ ਸੱਚ ਬੋਲਣ ਦੀ ਗੱਲ, ਔਰ ਗੁਰਸਿੱਖੀ ਦੀ ਗੱਲ, ਨਾਮ ਬਾਣੀ ਦੀ ਗੱਲ। ਔਰ ਜੇ ਪਰਿਵਾਰ ਸਾਂਝੇ ਤੌਰ ਤੇ ਕਰਦਾ ਹੈ, ਮਾਪਿਓ ਵੀ ਬੈਠੇ ਨੇ, ਬੱਚੇ ਬੱਚੀਆਂ ਵੀ ਚੌਂਕੜੀ ਮਾਰ ਕੇ ਬੈਠੇ ਨੇ, ਰਹਿ ਰਾਸਤਾ ਪਾਠ ਹੋ ਰਿਹਾ ਸ਼ਾਮ ਦਾ, ਤੁਹਾਨੂੰ ਬੱਚਿਆਂ ਨੂੰ ਫਿਰ ਬਹੁਤ ਕੁਝ ਲੈਕਚਰ ਕਰਵਾਉਣ ਦੀ ਲੋੜ ਨਹੀਂ ਹੈ। ਉਹ ਦੇਖ ਰਹੇ ਨੇ, ਉਹ ਮਾਹੌਲ ਉਹਨਾਂ ਦੇ ਵਿੱਚ ਜਿਹੜਾ ਉਹ ਸਿੰਕ ਇਨ ਹੋ ਰਿਹਾ। ਸੋ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਬੜੇ ਚੰਗੇ ਇਸ਼ੂ ਦੇ ਉੱਤੇ ਜਿਹੜੀ ਹੈ ਉਹ ਰੋਸ਼ਨੀ ਪਾਈ ਹੈ। ਸਾਡਾ ਅਗਲਾ ਮੈਸੇਜ ਲੰਡਨ ਯੂਕੇ ਤੋਂ ਸਰਦਾਰ ਪ੍ਰਗਟ ਸਿੰਘ ਸੰਧੂ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਦਾ ਕਹਿਣਾ ਹੈ ਕਿ 1960 ਵਿੱਚ ਇੰਗਲੈਂਡ ਵਿੱਚ ਆਏ ਸਨ ਅਤੇ ਉਹਨਾਂ ਨੇ ਉਹ ਸਮਾਂ ਵੀ ਦੇਖਿਆ ਹੈ ਜਦੋਂ 5 ਪਿਆਰਿਆਂ ਦਾ ਪ੍ਰਸ਼ਾਦ ਵੰਡਣ ਲਈ ਸੰਗਤ ਵਿੱਚ 5 ਅੰਮ੍ਰਿਤਧਾਰੀ ਸਿੰਘ ਨਜ਼ਰ ਨਹੀਂ ਆਉਂਦੇ ਸਨ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਖਾਲਸਾਈ ਜਾਹੋ ਜਲਾਲ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ। ਇਹਨਾਂ ਦਾ ਸਵਾਲ ਹੈ, ਸਿੱਖ ਬੀਬੀਆਂ ਨੂੰ ਅੱਜ ਵੀ ਅਸੀਂ ਬਰਾਬਰੀ ਦਾ ਦਰਜਾ ਕਿਉਂ ਨਹੀਂ ਦਿੰਦੇ ਜਿਵੇਂ ਕਿ ਗੁਰਮਤ ਦੀ ਵਿਚਾਰਧਾਰਾ ਹੈ? ਡਾਕਟਰ ਸਾਹਿਬ ਇਹਦਾ ਅਸੀਂ ਬਾਅਦ ਚ ਆਨਸਰ ਲੈ ਲੈਣੇ, ਪਹਿਲਾਂ ਬ੍ਰੇਕ ਤੇ ਚਲੇ ਜਾਂਦੇ ਹਾਂ। ਤੁਹਾਡਾ ਕੀ ਖਿਆਲ ਹੈ? ਠੀਕ ਹੈ ਜੀ, ਜੇ ਟੈਕਨੀਕਲ ਕੈਮਰਾਮੈਨ ਜਿਹੜੇ ਨੇ ਉਹ ਤੋਂ ਘੰਟੀ ਮਾਰ ਰਹੇ ਨੇ ਵੀ ਬ੍ਰੇਕ ਲਓ, ਫਿਰ ਤਾਂ ਤੁਹਾਨੂੰ ਲੈਣੀ ਪੈਣੀ ਹੈ। ਜੀ ਵੀਰ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੀ ਬ੍ਰੇਕ ਤੋਂ ਬਾਅਦ।